ਸਾਹਿਬ ਜੀ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਅਵਗੁਣ ਹਮਾਰੇ। ਦਇਆ ਕਰੋ ਕਿਛ ਮਿਹਰ ਉਪਾਵੋ, ਡੁੱਬਦੇ ਪੱਥਰ ਤਾਰੇ। ਜੀਅੜਾ ਅਗਨ ਬਰਾਬਰ ਤਪੈ, ਪੀਤਰ ਵਗੈ ਕਾਤੀ। ਪ੍ਰਣਵਤ ਨਾਨਕ ਹੁਕਮ ਪਛਾਣੈ, ਸੁਖ ਹੋਵੈ ਦਿਨ ਰਾਤੀ। ਪ੍ਰਣਵਤ ਨਾਨਕ ਹੁਕਮ ਪਛਾਣੈ, ਸੁਖ ਹੋਵੈ ਦਿਨ ਰਾਤੀ। ਜੁਗੋ ਜੁਗ ਅਟਲ ਚਵਰ ਛਤਰ, ਤਖਤ ਵਖਤ ਦੇ ਮਾਲਕ, ਹਲਤ ਪਲਤ ਸਵਾਰ ਦੇਨਹਾਰ, ਗਰੀਬ ਨਿਵਾਜ਼। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਦੇ ਅੰਦਰ ਔਰ ਆਪੋ ਆਪਣੇ ਘਰਾਂ ਦੇ ਵਿੱਚ ਪਾਵਨ ਗੁਰਬਾਣੀ ਦੇ ਨਾਲ ਜੁੜ ਮਿਲ ਬੈਠੇ ਬੜੇ ਹੀ ਸਤਿਕਾਰਯੋਗ ਸਤਸੰਗੀ ਜਨੋ, ਆਓ ਰਲ ਮਿਲ ਕੇ ਜੋ ਆਪਾਂ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਜੀਵਨ ਸੰਬੰਧੀ ਵਿਚਾਰਾਂ ਕਰਨ ਦਾ ਹਰ ਰੋਜ਼ ਯਤਨ ਕਰਦੇ ਹਾਂ। ਆਪਾਂ ਪਹਿਲਾਂ ਸਮਝਿਆ ਏ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਤੋਂ ਪਹਿਲਾਂ ਦਾ ਇਸ ਭਾਰਤ ਦੀ ਦੁਨੀਆ ਦੇ ਅੰਦਰ ਕਿਹੋ ਜਿਹਾ ਹਾਲਾਤ ਨੇ, ਕਿਹੋ ਜਿਹਾ ਸਮਾਂ ਹੈ, ਕਿਵੇਂ ਕੂੜ ਦਾ ਪਸਾਰਾ ਫੈਲਿਆ ਹੋਇਆ ਏ। ਉਹਨਾਂ ਸਾਰੀਆਂ ਗੱਲਾਂ ਨੂੰ ਆਪਾਂ ਸਮਝਦੇ ਸੀ ਤੇ ਆਓ ਅੱਜ ਆਪਾਂ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਨੂੰ ਮੁੱਖ ਰੱਖਦਿਆਂ ਹੋਇਆਂ ਬੜੀਆਂ ਅਹਿਮ ਗੱਲਾਂ ਨੇ ਜਿਹੜੀਆਂ ਤੇ ਸਾਡੇ ਲਈ ਜਿਹੜੀਆਂ ਬੜੀਆਂ ਮਹੱਤਵਪੂਰਨ ਨੇ, ਉਹਨਾਂ ਨੂੰ ਸਮਝਦੇ ਹਾਂ। ਜਿਹੜੇ ਵੀਰ ਜਾਂ ਭੈਣਾਂ ਸਮਝਦਾਰ ਨੇ, ਸਮਝ ਰੱਖਦੇ ਨੇ, ਪੜ੍ਹਾਈ ਦੀ ਨੌਲੇਜ ਰੱਖਦੇ ਨੇ, ਪੜ੍ਹਦੇ ਨੇ ਕਿਤਾਬਾਂ, ਤਾਂ ਉਹ ਜ਼ਰੂਰ ਗੌਰ ਦੇ ਨਾਲ ਗੱਲ ਨੂੰ ਸਮਝਣ। ਸੋ ਆਓ ਆਪਾਂ ਅਗਲੇਰੀਆਂ ਹੋਰ ਵਿਚਾਰਾਂ ਆਰੰਭ ਕਰਨ ਤੋਂ ਪਹਿਲਾਂ ਗੁਰਦਰਬਾਰ ਦੀ ਮਰਿਆਦਾ ਨਿਭਾ ਲਈਏ। ਜਿੰਨੀਆਂ ਵੀ ਸੰਗਤਾਂ ਜੁੜ ਮਿਲ ਬੈਠੀਆਂ ਨੇ, ਇੱਕੇ ਵਾਰ ਕਹਿਣ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਵਿੱਚ ਇੱਕ ਵੱਡਾ ਰੌਲਾ ਪੈਂਦਾ ਏ, ਜਿਹੜਾ ਕਿ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖ ਕੇ ਹੈ। ਦੋ ਵਿਚਾਰਧਾਰਾ ਚੱਲਦੀਆਂ ਨੇ। ਇੱਕ ਜਿਹੜੀ ਮੰਨਿਆ ਜਾਂਦਾ ਹੈ ਕਿ ਕੱਤੇ ਦੀ ਪੂਰਨਮਾਸੀ ਨੂੰ, ਤੇ ਦੂਸਰੀ ਜਿਹੜੀ ਦੂਜੇ ਥਾਂ ਤੇ ਵਿਚਾਰ ਹੈ ਉਹ ਹੈ ਕਿ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਵੈਸਾਖ ਮਹੀਨੇ ਦਾ ਏ। ਗੱਲ ਨੂੰ ਆਪਾਂ ਸਮਝਣਾ ਹੈ ਤੱਥਾਂ ਦੇ ਆਧਾਰ ਤੇ ਕਿ ਗੱਲ ਕਿੱਥੋਂ ਸ਼ੁਰੂ ਹੁੰਦੀ ਹੈ, ਕਿਵੇਂ ਇਹ ਬੜਾ ਵੱਡਾ ਝਮੇਲਾ ਸਾਡੇ ਸਾਹਮਣੇ ਖੜਾ ਹੋ ਗਿਆ
ਤੇ ਅੱਜ ਅਸੀਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਪ੍ਰਕਾਸ਼ ਮਨਾਉਣ ਦੇ ਲਈ ਕੋਈ ਦਿਨ ਮੁਕਰਰ ਨਹੀਂ ਕਰ ਸਕਦੇ। ਇੱਕ ਦਿਨ ਪੱਕਾ ਨਹੀਂ ਹੈ ਸਾਡੇ ਕੋਲੇ ਕਿ ਅਸੀਂ ਮਨਾਈਏ ਕਿਹੜੇ ਦਿਨ, ਪੱਕਾ ਦਿਨ ਨਹੀਂ ਹੈ ਸਾਡੇ ਕੋਲ। ਅੱਧੇ ਲੋਕ ਕੱਤਕ ਨੂੰ ਮਨਾ ਰਹੇ ਨੇ ਤੇ ਅੱਧੇ ਲੋਕ ਵਿਸਾਖ ਨੂੰ ਮਨਾ ਰਹੇ ਨੇ। ਤੇ ਜੇ ਪੜਾਂਗੇ, ਵਿਚਾਰਾਂਗੇ ਜਾਂ ਕਿਤੇ ਸਮਝਣ ਦਾ ਯਤਨ ਹੀ ਕਰ ਲਈਏ ਨਾ ਅਸੀਂ ਕਿਸੇ ਤੋਂ, ਕਿਉਂਕਿ ਸਾਡੀ ਜਿਹੜੀ ਮਨੋਦਸ਼ਾ ਹੈ ਨਾ, ਅਸੀਂ ਕਿਸੇ ਤੋਂ ਸਮਝਦੇ ਨਹੀਂ। ਅਸੀਂ ਆਪਣੀ ਜਿਹੜੀ ਵਿਚਾਰ ਆ ਉਹ ਥੋਪਣ ਦਾ ਯਤਨ ਜ਼ਰੂਰ ਕਰਦੇ ਹਾਂ। ਜੇ ਕਹੀਏ ਕਿ ਭਾਈ ਆਓ ਆਪਾਂ ਰਲ ਕੇ ਇੱਕ ਦਿਨ ਮਿੱਥ ਲਈਏ, ਫਿਰ ਕਹਿੰਦੇ ਨਹੀਂ ਜੀ ਜਿਹੜਾ ਪੁਰਾਣਾ ਚੱਲਦਾ ਹੈ ਉਹੀ ਠੀਕ ਹੈ। ਤੇ ਪੁਰਾਣਾ ਆਪਾਂ ਜੇ ਕਹੀਏ ਕਿ ਕੱਤਕ ਮਹੀਨਾ ਚੱਲ ਰਿਹਾ ਹੈ, ਕੱਤੇ ਦੀ ਪੂਰਨਮਾਸੀ ਆ 14 ਤਰੀਕ ਦੀ ਸੰਗਰਾਂਦ ਆ, ਮਹੀਨਾ ਚੜ੍ਹਨਾ ਹੈ ਨਾ ਕੱਲ੍ਹ ਨੂੰ, ਕੱਤਕ ਤਾਂ ਖਤਮ ਹੋ ਗਿਆ, ਕੱਤਾ ਤਾਂ ਮੁੱਕ ਗਿਆ। ਤੇ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਜਿਹੜਾ 19 ਨੂੰ ਆ ਰਿਹਾ, ਇਹਦੇ ਹਿਸਾਬ ਦੇ ਨਾਲ, ਬਿਕਰਮੀ ਦੇ ਹਿਸਾਬ ਨਾਲ ਹੁਣ ਕੱਤੇ ਦੀ ਪੂਰਨਮਾਸੀ ਤਾਂ ਲੰਘ ਗਈ, ਪਹਿਲਾਂ ਲੰਘ ਗਈ ਨਾ, ਹੁਣ ਤਾਂ ਅਗਲੇ ਮਹੀਨੇ ਦੀ ਆਵੇਗੀ, ਜਿਹੜਾ ਅੱਗੇ ਮਹੀਨਾ ਸ਼ੁਰੂ ਹੋਣਾ ਹੈ, ਜਿਹੜਾ ਕੱਲ੍ਹ ਤੋਂ ਮਹੀਨਾ ਸ਼ੁਰੂ ਹੋ ਜਾਣਾ ਹੈ, ਅੱਗੇ ਜਿਹੜਾ ਮੱਘਰ ਚੜ੍ਹਨਾ ਹੈ। ਹੁਣ ਅਗਲੀ ਜਿਹੜੀ ਪੂਰਨਮਾਸੀ ਉਹ ਤਾਂ ਮੱਘਰ ਦੀ ਆ ਰਹੀ ਹੈ। ਕਿਵੇਂ ਕਹਿ ਦਈਏ ਕਿ ਕੱਤਕ ਦੀ ਪੂਰਨਮਾਸੀ ਨੂੰ ਅਸੀਂ ਗੁਰੂ ਨਾਨਕ ਸਾਹਿਬ ਦਾ ਮਨਾਏ? ਪਿਛਲੇ ਸਾਲ ਵੀ ਇੱਦਾਂ ਹੀ ਹੋਇਆ ਸੀ, ਪਿਛਲੇ ਸਾਲ ਵੀ ਇਹੀ ਹੋਇਆ ਸੀ, ਕੱਤਾ ਲੰਘ ਗਿਆ ਸੀ, ਮੱਘਰ ਦੇ ਵਿੱਚ ਆਇਆ। ਹੈ ਕੋਈ ਸਾਡੇ ਕੋਲ ਦਿਨ ਤਰੀਕ? ਤੇ ਕਈ ਸਵਾਲ ਕਰਦੇ ਨੇ, ਕਹਿੰਦੇ ਜੀ ਵੇਖੋ ਉਹਨਾਂ ਦੇ ਦੇਸੀ ਮਹੀਨਿਆਂ ਦੇ ਹਿਸਾਬ ਦੇ ਨਾਲ ਆਉਂਦੇ ਨੇ। ਠੀਕ ਹੈ, ਦੇਸੀ ਮਹੀਨਿਆਂ ਦੇ ਹਿਸਾਬ ਦੇ ਨਾਲ ਮਨਾ ਲਿਆ ਕਰੋ, ਪਰ ਦੇਸੀ ਮਹੀਨਾ ਵੀ ਤਾਂ ਪੱਕਾ ਹੋਵੇ ਨਾ ਤੁਹਾਡਾ। ਦੇਸੀ ਮਹੀਨਾ ਹੀ ਕੋਈ ਪੱਕਾ ਕਰ ਲਓ। ਹੁਣ ਦੇਸੀ ਮਹੀਨੇ ਦੇ ਨਾਲ ਕਿਵੇਂ ਮਨਾਵਾਂਗੇ? ਸਾਡੇ ਤਾਂ ਪਿੰਡ ਦੇ ਵਿੱਚ ਕਿਤੇ ਵੀ ਅਨੇਕਾਂ ਥਾਵਾਂ 'ਤੇ ਕੋਈ ਗੁਰਦੁਆਰੇ ਵਾਲਾ 2 ਦਿਨ ਪਹਿਲਾਂ ਮਨਾ ਲੈਂਦਾ ਹੈ ਅਤੇ ਦੂਜਾ ਗੁਰਦੁਆਰੇ ਵਾਲਾ 2 ਦਿਨ ਬਾਅਦ 'ਚ। ਹੁਣ ਪੱਕਾ ਮਹੀਨਾ ਕਦੋਂ ਮੁਕਰਰ ਕਰਾਂਗੇ? ਹੈ ਕੋਈ ਪੱਕਾ? ਕਿੱਦਣ ਸਾਰੀ ਕੌਮ ਇੱਕ ਦਿਨ ਇਕੱਠਾ ਕਰੇਗੀ? ਜੇ ਕਹੀਏ ਕਿ ਸੰਗਰਾਂਦ ਇਕੱਠੀ ਕਰ ਲਈਏ, ਨਾ ਜੀ, ਸੰਗਰਾਂਦ ਇੱਕ ਕਰ ਲਈਏ, ਭਾਵੇਂ ਬਿਕਰਮੀ ਕਰ ਲਓ, ਭਾਵੇਂ ਨਾਨਕਸ਼ਾਹੀ ਕਰ ਲਓ, ਪਰ ਲੋਕ ਤਾਂ ਨਾ ਉਲਝਣ, ਲੋਕਾਂ ਵਿੱਚ ਕਿਉਂ ਭੁਲੇਖਾ ਪਵੇ? ਜੇ ਉਸ ਹਿਸਾਬ ਦੇ ਨਾਲ ਮਨਾਉਣਾ, ਜੇ ਸੰਗਰਾਂਦ ਦੇਸੀ ਮਹੀਨੇ ਦੇ ਹਿਸਾਬ ਨਾਲ ਮਨਾਉਣਾ, ਫਿਰ ਸੰਗਰਾਂਦ ਦਾ 2 ਦਿਨ ਦਾ ਫਰਕ ਹੈ, ਫਿਰ ਇਹਦਾ ਮਤਲਬ ਗੁਰੂ ਨਾਨਕ ਸਾਹਿਬ ਦੇ ਜਨਮ ਦਾ ਵੀ ਫਰਕ ਪਵੇਗਾ। ਪੱਕੀ ਤਰੀਕ ਨਹੀਂ ਨਾ ਸਾਡੇ ਕੋਲ, ਪੱਕੀ ਨਹੀਂ। ਬੜਾ ਰੌਲਾ ਪਾਉਂਦੇ ਨੇ, ਕਹਿੰਦੇ ਜੀ ਦੇਸੀ ਮਹੀਨਿਆਂ ਦੇ ਹਿਸਾਬ ਦੇ ਨਾਲ ਹੁੰਦਾ। ਠੀਕ ਹੈ, ਪਰ ਦੇਸੀ ਮਹੀਨਿਆਂ ਦੀ ਤਰੀਕ ਵੀ ਪੱਕੀ ਕਰ ਲਓ, ਕੋਈ ਪੱਕਾ ਹੀ ਕਰ ਲਓ। ਉਹਦਾ ਮੱਘਰ ਦੇ ਵਿੱਚ ਜਾ ਕੇ ਮਨਾਈ ਜਾਂਦੇ ਆ। ਕਿਹੜੀ ਕੱਤੇ ਦੀ ਤੁਹਾਡੀ ਪੂਰਨਮਾਸੀ? ਤੱਥਾਂ ਨੂੰ ਸਮਝਿਓ। ਤੇ ਜਦੋਂ ਪਾਲ ਸਿੰਘ ਪੁਰੇਵਾਲ ਸਾਹਿਬ ਨੇ ਸਾਨੂੰ ਨਾਨਕਸ਼ਾਹੀ ਕੈਲੰਡਰ ਦਿੱਤਾ ਨਾ, ਸਾਡੀ ਕੌਮ ਦੀ ਮਾਫ ਕਰਨਾ, ਸਾਡਾ ਇਹ ਦੁਖਾਂਤ ਆ ਕਿ ਅਸੀਂ ਸੱਚ ਦਾ ਤਾਂ ਹਮੇਸ਼ਾ ਵਿਰੋਧ ਹੀ ਕਰਨਾ ਹੁੰਦਾ। ਜਿਹੜਾ ਸਾਨੂੰ ਕੋਈ ਸਿਆਣੀ ਗੱਲ ਕਵੇ ਨਾ, ਸਾਡੇ ਹਾਲਾਤ ਹੀ ਕੁਝ ਇਹੋ ਜਿਹੇ ਨੇ ਕਿ ਅਸੀਂ ਉਹਦਾ ਵਿਰੋਧ ਕਰਨਾ ਹੀ ਕਰਨਾ, ਇਹ ਪੱਕੀ ਹੈ। ਪਾਲ ਸਿੰਘ ਪੁਰੇਵਾਲ ਸਾਹਿਬ ਨੇ ਜਦੋਂ ਸਾਨੂੰ ਨਾਨਕਸ਼ਾਹੀ ਕੈਲੰਡਰ ਬਣਾ ਕੇ ਦਿੱਤਾ ਨਾ, ਉਹਨਾਂ ਨੇ ਤਰੀਕਾਂ ਪੱਕੀਆਂ ਕਰਤੀਆਂ ਕਿ ਆਹ ਦਿਨ ਸਾਹਿਬਜ਼ਾਦਿਆਂ ਦਾ, ਆਹ ਦਿਨ ਗੁਰੂ ਗੋਬਿੰਦ ਸਿੰਘ ਸਾਹਿਬ ਦਾ, ਤੇ ਆਹ ਦਿਨ ਜਿਹੜਾ ਹੈ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼। ਬਾਕੀ ਅਨੇਕਾਂ ਹੋਰ ਵੀ ਗੁਰੂਆਂ ਸਾਹਿਬਾਂ ਦੇ ਜਨਮ ਦਿਨ ਜਾਂ ਉਹਨਾਂ ਦੇ ਜੋਤੀ ਜੋਤ ਜਾਂ ਸ਼ਹੀਦੀ, ਜਿਹੜੇ ਵੀ ਦਿਨ ਨੇ ਉਹਨਾਂ ਨੇ ਪੱਕੇ ਕਰਕੇ ਦਿੱਤੇ ਨੇ ਕਿ ਕੌਮ ਸਾਡੀ ਉਲਝਣ ਤਾਣੀ ਵਿੱਚ ਨਾ ਪਵੇ। ਸਾਨੂੰ ਪੱਕੇ ਦਿਨ ਯਾਦ ਰਹਿਣ, ਸਾਡੇ ਬੱਚਿਆਂ ਨੂੰ ਯਾਦ ਰਹਿਣ ਕਿ ਪੱਕੇ ਦਿਨ ਆਣੇ। ਸਾਡੇ ਉਹਨੂੰ ਆਵਾਜ਼ ਚੇਤਾ ਹੀ ਨਹੀਂ, ਸਾਨੂੰ ਚੇਤਾ ਨਹੀਂ ਕਿ ਪੱਕੇ ਦਿਨ ਆਉਣ ਕਿਵੇਂ। ਹੁਣ ਆਏ ਸਾਲ ਤਰੀਕ ਬਦਲ ਜਾਂਦੀ ਹੈ ਗੁਰੂ ਨਾਨਕ ਸਾਹਿਬ ਦੀ। ਪਹਿਲਾਂ ਕਿਤੇ ਹਿਸਾਬ ਲਾ ਲਓਗੇ ਕਿ ਇੰਨੀ ਤਰੀਕ ਨੂੰ ਅਸੀਂ ਮਨਾਉਂਦੇ ਹਾਂ? ਨਾਮ ਹੀ ਦੇਖ ਲਓ, ਆਪਾਂ ਬੰਦਾ, ਹਰੇਕ ਬੰਦਾ ਆਪਣਾ ਜਨਮ ਦਿਨ ਨਹੀਂ ਭੁੱਲਦਾ, ਕਹਿੰਦਾ ਜੀ ਇੰਨੀ ਤਰੀਕ ਨੂੰ ਆਉਂਦਾ ਹੈ। ਜੇ ਉਹਨੂੰ ਕਹੀਏ ਦੇਸੀ ਦੇ ਹਿਸਾਬ ਨਾਲ ਮਨਾਇਆ ਕਰ, ਕਿੱਡਾ ਝਮੇਲਾ ਪੈਣਾ ਹੈ। ਮਨਾ ਲੂ ਆਏ ਸਾਲ ਓਨਾ ਹੀ ਉਹ,
ਤਰੀਕਾਂ ਨਹੀਂ ਬਦਲ ਜਾਣਗੀਆਂ। ਕਿੱਥੇ ਕਿੱਥੇ ਜਾ ਕੇ ਰੌਲਾ ਪੈਣਾ, ਫਿਰ ਆਧਾਰ ਕਾਰਡ ਬਦਲਾਉਂਦਾ ਫਿਰੂ ਆਏ ਸਾਲ, ਫਿਰ ਜਨਮ ਪੱਤਰੀਆਂ ਬਦਲਾਉਂਦਾ ਫਿਰੂ, ਪੈਣਾ ਨਹੀਂ ਰੌਲਾ। ਤੇ ਜੇ ਗੁਰੂ ਸਾਹਿਬਾਨਾਂ ਦਾ ਅਸੀਂ ਇੱਕ ਦਿਨ ਪੱਕਾ ਕਰ ਦਈਏ ਕਿ ਭਾਈ ਇੱਕੋ ਦਿਨ ਪੱਕਾ ਕਰਨਾ ਹੈ, ਤਾਂ ਇਹਦੇ ਵਿੱਚ ਤਕਲੀਫ ਸਾਨੂੰ ਕੀ ਹੈ? ਸਾਡੀ ਆਪਣੀ ਨੌਲੇਜ ਵੱਧਦੀ ਹੈ, ਸਾਡੀ ਆਪਣੀ ਪੀੜ੍ਹੀ, ਸਾਡੇ ਜਿਹੜੇ ਬੱਚੇ ਨੇ ਉਹ ਸਿਆਣੇ ਹੋਣਗੇ, ਸਾਨੂੰ ਇੱਕ ਤਰੀਕ ਤਾਂ ਮਿਲ ਜਾਵੇਗੀ। ਰੌਲਾ ਪਾਉਣ ਵਾਲੇ ਬੜੇ ਨਹੀਂ, ਜੀ ਉਹਨਾਂ ਨੂੰ ਸਮਝਾਈਏ ਵੀ ਤਾਂ ਉਹਨਾਂ ਦੇ ਸਮਝਣ ਵਾਲੀ ਵੀ ਗੱਲ ਨਹੀਂ ਹੈ, ਕਿਉਂਕਿ ਸਮਝਦੇ ਨਹੀਂ। ਸੋ ਖੈਰ, ਆਪਾਂ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦੀ ਗੱਲ ਕਰ ਰਹੇ ਸਾਂ, ਤੇ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦੇ ਸੰਬੰਧਿਤ, ਉਹਨਾਂ ਦੇ ਜਨਮ ਦੇ ਨਾਲ ਸੰਬੰਧਿਤ ਸਾਨੂੰ 4 ਜਨਮ ਸਾਖੀਆਂ ਮਿਲਦੀਆਂ ਨੇ। ਪਹਿਲੀ ਜਿਹੜੀ ਬਾਲੇ ਵਾਲੀ ਜਨਮ ਸਾਖੀ ਆ, ਬਾਲੇ ਵਾਲੀ। ਦੂਜੀ ਜਨਮ ਸਾਖੀ ਹੈ ਜਿਹੜੀ, ਉਹਨੂੰ ਕਿਹਾ ਜਾਂਦਾ ਹੈ ਪੁਰਾਤਨ ਜਨਮ ਸਾਖੀ, ਜਾਂ ਉਹਨੂੰ ਕਿਹਾ ਜਾਂਦਾ ਵਿਲਾਇਤ ਵਾਲੀ ਸਾਖੀ। ਇਹ ਜਿਹੜੇ ਵੀਰ ਜਾਣਕਾਰੀ ਰੱਖਦੇ ਨੇ, ਜਿਨ੍ਹਾਂ ਦੇ ਵਿੱਚ ਸ਼ੌਂਕ ਹੈ ਸਮਝਣ ਦਾ, ਉਹ ਜ਼ਰੂਰ ਨੋਟ ਕਰ ਲੈਣ। ਜੇ ਕਿਤੇ ਗੱਲ ਨਹੀਂ ਵੀ ਸਮਝ ਆਈ, ਬਾਅਦ ਦੇ ਵਿੱਚ ਵੀ ਕਦੇ ਮਿਲ ਕੇ ਗੱਲ ਕਰ ਸਕਦੇ ਨੇ, ਕਿਉਂਕਿ ਜਿਹੜਾ ਵਿਸ਼ਾ ਇਹ ਥੋੜ੍ਹਾ ਬਰੀਕੀ ਵਾਲਾ ਹੈ। ਜਾਂ ਤਾਂ ਛੇੜੋ ਨਾ, ਤੇ ਜੇ ਛੇੜਨਾ ਹੈ ਤਾਂ ਸਮਝਣਾ ਜ਼ਰੂਰੀ ਹੁੰਦਾ ਹੈ, ਕਿਉਂਕਿ ਜੇ ਪੜ੍ਹੇ ਹਾਂ ਤਾਂ ਦੱਸ ਰਹੇ ਹਾਂ, ਜੇ ਵਿਚਾਰੇ ਜਿਹੜੀ ਸਾਡੇ ਲਈ ਚੰਗੀ ਚੀਜ਼ ਹੈ ਤਾਂ ਦੱਸਦੇ ਹਾਂ ਕਿ ਭਾਈ ਇੱਕ ਦਿਨ ਪੱਕਾ ਹੋਵੇ ਸਾਡਾ। ਪਹਿਲੀ ਭਾਈ ਬਾਲੇ ਵਾਲੀ ਜਨਮ ਸਾਖੀ। ਦੂਜੀ ਜਿਹੜੀ ਸਾਖੀ ਹੈ ਪੁਰਾਤਨ ਜਨਮ ਸਾਖੀ, ਜਾਂ ਬਲੈਤ ਵਾਲੀ ਸਾਖੀ ਕਿਹਾ ਜਾਂਦਾ ਹੈ, ਜਿਹਦੇ ਲਿਖਾਰੀ ਸੈਦੋ ਜੱਟ ਲਿਖਿਆ ਜਾਂਦਾ ਹੈ। ਸੈਦੋ ਜੱਟ ਹੋਇਆ ਗੁਰੂ ਨਾਨਕ ਸਾਹਿਬ ਪਾਤਸ਼ਾਹ ਵਾਲੇ, ਉਹ ਲਿਖਾਰੀ ਹੈ ਇਸ ਬਲੈਤ ਵਾਲੀ ਸਾਖੀ ਦਾ, ਜਿਹਨੂੰ ਪੁਰਾਤਨ ਜਨਮ ਸਾਖੀ, ਪੁਰਾਤਨ ਦਾ ਮਤਲਬ ਪੁਰਾਣੀ ਜਨਮ ਸਾਖੀ। ਤੀਜੀ ਜਨਮ ਸਾਖੀ ਮਿਲਦੀ ਹੈ ਭਾਈ ਮਣੀ ਸਿੰਘ ਵਾਲੀ ਜਨਮ ਸਾਖੀ। ਤੀਜੀ ਹੋ ਗਈ, 4 ਮਿਲਦੀਆਂ ਨੇ, ਤੀਜੀ। ਤੇ ਇਹਦੇ ਲੇਖਕ ਭਾਈ ਮਣੀ ਸਿੰਘ ਨੂੰ ਮੰਨਿਆ ਜਾਂਦਾ ਹੈ। ਤੇ ਚੌਥੀ ਹੈ ਜਿਹੜੀ ਜਨਮ ਸਾਖੀ ਗੁਰੂ ਨਾਨਕ ਸਾਹਿਬ ਨਾਲ ਸੰਬੰਧਿਤ, ਉਹ ਹੈ ਮਿਹਰਬਾਨ ਵਾਲੀ ਸਾਖੀ, ਜਿਹਨੂੰ ਮੀਣਿਆਂ ਵਾਲੀ ਸਾਖੀ ਵੀ ਕਿਹਾ ਜਾਂਦਾ ਹੈ। ਮੀਣਿਆਂ ਵਾਲੀ ਸਾਖੀ। ਇਹ ਜਿਹੜੀ ਮਿਹਰਬਾਨ ਵਾਲੀ ਸਾਖੀ ਹੈ ਨਾ, ਇਹਨੂੰ ਮੀਣਿਆਂ ਵਾਲੀ ਸਾਖੀ ਵੀ ਕਿਹਾ ਜਾਂਦਾ। ਤੇ ਮੀਣਿਆਂ ਲਫ਼ਜ਼ ਤੋਂ ਸਾਨੂੰ ਸਿੱਧੇ ਹੀ ਪਤਾ ਲੱਗ ਜਾਂਦਾ ਹੈ ਕਿ ਇਹ ਹਮੇਸ਼ਾ ਗੁਰੂ ਘਰ ਦੇ ਦੁਖੀ ਰਹੇ ਨੇ। ਮੀਣੇ ਜਿਨ੍ਹਾਂ ਨੇ ਆਪਣਾ ਵੱਖਰਾ ਗੱਦੀ ਜਾਂ ਆਪਣਾ ਵੱਖਰਾ ਧਰਮ ਚਲਾ ਲਿਆ, ਮੀਣਿਆਂ ਵਾਲੀ ਸਾਖੀ। ਤੇ ਹੁਣ ਵੇਖੋ ਕਿ ਕੱਤਕ ਦਾ ਜਿਹੜਾ ਪ੍ਰਕਾਸ਼ ਮਿਲਦਾ ਹੈ ਨਾ ਗੁਰੂ ਨਾਨਕ ਸਾਹਿਬ ਦਾ, ਉਹ 4 ਦੇ ਵਿੱਚੋਂ ਸਿਰਫ ਤੇ ਸਿਰਫ ਇੱਕ ਦੇ ਵਿੱਚ ਮਿਲਦਾ ਹੈ, ਜਿਹੜੀ ਬਾਲੇ ਵਾਲੀ ਸਾਖੀ ਹੈ, ਇੱਕ ਦੇ ਵਿੱਚ। ਬਾਕੀ ਜਿਹੜੀਆਂ 3 ਨੇ ਨਾ, ਉਹਨਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਵਿਸਾਖ ਦੇ ਵਿੱਚ ਮਿਲਦਾ ਹੈ, ਵਿਸਾਖ, ਤੇ ਉਹ ਵੀ ਇੱਕ ਵਿਸਾਖ ਦਾ, ਵਿਸਾਖ ਦੇ ਵਿੱਚ। ਬਾਕੀ 3 ਜਨਮ ਵਿਸਾਖੀਆਂ ਦੇ ਵਿਸਾਖ ਦੇ ਵਿੱਚ। ਤੇ ਇਹ ਜਿਹੜਾ ਵਿਸਾਖੀ ਵਾਲਾ ਦਿਨ ਆ ਨਾ, ਗੁਰੂ ਨਾਨਕ ਸਾਹਿਬ ਦਾ ਜਿਹੜਾ ਪ੍ਰਕਾਸ਼ ਹੈ, ਵਿਸਾਖੀ ਵੇਲੇ ਸੰਗਤਾਂ ਮਨਾਉਂਦੀਆਂ ਨੇ। 1699 ਦੀ ਵਿਸਾਖੀ ਨੂੰ ਆਪਾਂ ਯਾਦ ਕਰਦੇ ਹਾਂ ਨਾ, ਤੇ ਪੁਰਾਣੇ ਸਮੇਂ ਦੇ ਵਿੱਚ ਜੇ ਵਿਸਾਖੀ ਤੇ ਇਕੱਠੇ ਹੁੰਦੇ ਸੀ ਨਾ ਸਿੱਖ, ਜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਵਿਸਾਖੀ ਵਾਲਾ ਦਿਨ ਚੁਣਿਆ ਸੀ, ਤਾਂ ਉਹ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਨ ਹੀ ਚੁਣਿਆ ਸੀ ਕਿ ਭਾਈ ਵਿਸਾਖੀ ਹੈ, ਉਦੋਂ ਇੱਕ ਵਿਸਾਖ ਹੈ, ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੈ, ਤੇ ਉਹ ਵਿਸਾਖੀ ਵਾਲਾ ਦਿਨ ਹੀ ਚੁਣਿਆ ਗਿਆ ਸੀ। ਇਹ ਬੜਾ ਵੱਡਾ ਝਮੇਲਾ ਸਾਡੇ ਵਿੱਚ ਪਾਇਆ ਗਿਆ ਕਿ ਗੁਰੂ ਨਾਨਕ ਸਾਹਿਬ ਦਾ ਜਿਹੜਾ ਪ੍ਰਕਾਸ਼ ਹੈ ਉਹ ਸਮਝ ਨਾ ਸਕਣ। ਇਹਦੇ ਵਿੱਚ ਵੀ ਬੜੀ ਵੱਡੀ ਇੱਕ ਸਾਜ਼ਿਸ਼ ਹੈ ਕਿ ਜੇ ਕੱਤਕ ਦੇ ਵਿੱਚ ਮਨਾਉਣ, ਤੇ ਇਹਦੇ ਵਿੱਚ ਇੱਕ ਮਨੋਦਸ਼ਾ ਕੰਮ ਕਰਦੀ ਹੈ, ਕੋਈ ਵਿਚਾਰ ਕੰਮ ਕਰਦੀ ਹੈ। ਆਪਾਂ ਸਮੇਂ ਦੇ ਵਿੱਚ ਰਹਿ ਕੇ ਅੱਗੇ ਸਮਝਾਂਗੇ। ਤੇ ਜਿਹੜੀ ਬਾਲੇ ਵਾਲੀ ਜਨਮ ਸਾਖੀ ਹੈ ਨਾ, ਇਹ ਤੁਸੀਂ ਕਦੇ ਗਏ ਹੋਵੋਗੇ ਜੰਡਿਆਲਾ ਗੁਰੂ, ਉੱਥੇ ਗੱਦੀ ਚੱਲਦੀ ਹੈ। ਕਿਹਾ ਜਾਂਦਾ ਹੈ ਕਿ ਉਹ ਗੁਰੂ ਸਾਹਿਬ ਜੀ ਦੇ ਨਾਲ ਸੰਬੰਧਿਤ ਹੈ। ਉੱਥੇ
ਹੰਧਾਲੀਏ ਰਹਿੰਦੇ ਨੇ। ਹੰਧਾਲੀਏ ਇੱਕ ਇਤਿਹਾਸ ਦੇ ਵਿੱਚ ਭਾਈ ਹੰਧਾਲ ਹੋਇਆ ਹੈ। ਗੁਰੂ ਘਰ ਦੇ ਦੁਖੀ ਇਹ ਬੰਦੇ, ਵਿਰੋਧੀ ਨੇ ਗੁਰੂ ਨਾਨਕ ਦੇ ਵਿਚਾਰ ਦੇ। ਭਾਈ ਹੰਧਾਲ ਵੱਲੋਂ ਜਾਂ ਉਹਦੇ ਅੱਗੇ ਕਹਿ ਲਈਏ ਉਹਦੇ ਪੁੱਤਰ ਨੇ ਇਹ ਜਿਹੜੀ ਬਾਲੇ ਵਾਲੀ ਜਨਮ ਸਾਖੀ ਲਿਖਵਾਈ ਹੈ। ਬਾਲੇ ਵਾਲੀ, ਤੇ ਉਸ ਦਾ ਪੁੱਤਰ ਸੀ ਇੱਕ ਬਾਲ ਚੰਦ ਤੇ ਬਿਧੀ ਚੰਦ। ਤੇ ਆਪਣੇ ਸਾਹਮਣੇ ਬੜੇ ਵਾਰ ਨਾ ਇੱਕ ਲਫ਼ਜ਼ ਆਉਂਦਾ ਹੈ ਭਾਈ ਬਾਲਾ। ਜਦੋਂ ਭਾਈ ਬਾਲੇ ਵਾਲੀ ਜਨਮ ਸਾਖੀ ਪੜ੍ਹੋਗੇ ਨਾ ਉਹਦੇ ਵਿੱਚ ਬੜਾ ਜ਼ਿਕਰ ਹੈ ਭਾਈ ਬਾਲੇ ਦਾ। ਤੇ ਜਦੋਂ ਭਾਈ ਗੁਰਦਾਸ ਦੇ ਬੋਲ ਪੜ੍ਹੋਗੇ ਨਾ ਤੁਸੀਂ, ਭਾਈ ਗੁਰਦਾਸ ਜਿਨ੍ਹਾਂ ਨੇ ਪਹਿਲੀ ਵਾਰ ਲਿਖਣ ਦਾ ਯਤਨ ਕੀਤਾ ਇਤਿਹਾਸ ਨੂੰ, ਭਾਈ ਬਾਲਾ ਇੱਕ ਬੜਾ ਸੋਹਣਾ ਤੇ ਬੜਾ ਨਿਵੇਕਲਾ, ਬੜੀ ਦ੍ਰਿੜਤਾ ਵਾਲਾ ਇੱਕ ਸੰਦੇਸ਼ ਦਿੰਦੇ ਨੇ। ਇਤਿਹਾਸ ਉਹਨਾਂ ਨੇ ਲਿਖਿਆ ਤੇ ਉਹ ਗੁਰੂ ਨਾਨਕ ਸਾਹਿਬ ਦੇ ਸੰਬੰਧਿਤ ਇੱਕ ਗੱਲ ਆਖਦੇ ਨੇ। ਉਹਨਾਂ ਨੇ ਲਿਖਿਆ, ਕਹਿੰਦੇ ਕਿ ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਇੱਕ ਬਾਬਾ ਅਕਾਲ ਰੂਪ ਭਾਵ ਗੁਰੂ ਨਾਨਕ ਸਾਹਿਬ, ਤੇ ਦੂਜਾ ਬੰਦਾ ਕੌਣ ਹੈ? ਦੂਜਾ ਰਬਾਬੀ ਮਰਦਾਨਾ। ਰਬਾਬ ਵਜਾਉਣ ਵਾਲਾ ਭਾਈ ਮਰਦਾਨਾ ਨਾਲ ਹੈ। ਭਾਈ ਗੁਰਦਾਸ ਸਾਹਿਬ ਨੇ ਕਿਤੇ ਵੀ ਪੜ੍ਹ ਲਿਓ, ਉਹਨਾਂ ਦੀਆਂ ਵਾਰਾਂ ਨੇ, ਪੌੜੀਆਂ ਜਿੰਨੀਆਂ ਵੀ ਪੜ੍ਹ ਲਿਓ, ਭਾਈ ਬਾਲੇ ਦਾ ਕਿਤੇ ਵੀ ਉਹਨਾਂ ਨੇ ਜ਼ਿਕਰ ਨਹੀਂ ਕੀਤਾ। ਭਾਈ ਬਾਲੇ ਦਾ ਜ਼ਿਕਰ ਹੀ ਨਹੀਂ ਕੀਤਾ। ਹੋਰ ਕਿਸੇ ਸਾਖੀ ਦੇ ਵਿੱਚ ਤੁਹਾਨੂੰ ਭਾਈ ਬਾਲੇ ਦਾ ਜ਼ਿਕਰ ਨਹੀਂ ਮਿਲੇਗਾ। ਸਿਰਫ ਬਾਲੇ ਵਾਲੀ ਜਿਹੜੀ ਜਨਮ ਸਾਖੀ ਨੂੰ ਉਹਦੇ ਵਿੱਚ ਮਿਲੇਗਾ, ਤੇ ਉਹਦੇ ਵਿੱਚ ਹੀ ਗੁਰੂ ਨਾਨਕ ਸਾਹਿਬ ਦਾ ਜਨਮ ਤੁਹਾਨੂੰ ਕੱਤਕ ਵਿੱਚ ਮਿਲੇਗਾ। ਬੜਾ ਔਖਾ ਵਿਸ਼ਾ, ਇਹਨੂੰ ਸਮਝਣਾ ਹੋਵੇ ਤਾਂ ਕਦੇ ਬੈਠ ਕੇ ਵਿਚਾਰ ਸਕਦੇ ਹਾਂ। ਤੇ ਇਹ ਜਿਹੜੇ ਗੱਲਾਂ ਨੇ ਇਹ ਕਿਤੇ ਨਾ ਕਿਤੇ ਸਾਡੇ ਵਿੱਚ ਘਰ ਕਰ ਗਈਆਂ। ਲੋਕ ਕੱਤਕ ਦੀ ਮਨਾਉਣ ਲੱਗ ਪਏ। ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਕੱਤਕ ਦਾ ਮਨਾਉਣਾ ਸ਼ੁਰੂ ਕਰ ਦਿੱਤਾ ਸੀ, ਤੇ ਵਿਸਾਖ ਵਾਲਾ ਭੁੱਲ ਗਏ। ਜਿਹਦੇ ਵੱਧ ਮਿਲਦਾ ਹੈ ਵਿਸਾਖ ਦੇ ਵਿੱਚ, ਕਿਉਂਕਿ ਸਾਡੀ ਗੌਰ ਨਹੀਂ, ਅਸੀਂ ਪੜ੍ਹੇ ਨਹੀਂ, ਤੇ ਅਗਲਿਆਂ ਨੇ ਹਾਵੀ ਕਰ ਦਿੱਤਾ ਕੱਤਕ, ਤੇ ਸਾਡੇ ਸਾਹਮਣੇ ਫਿਰ ਬਾਲੇ ਵਾਲੀ ਸਾਖੀ ਰੱਖ ਦਿੱਤੀ। ਸਾਨੂੰ ਮਾਣ ਤਾਂ ਬੜਾ ਹੁੰਦਾ ਹੈ ਕਿ ਬਾਲੇ ਵਾਲੀ ਸਾਖੀ ਹੈ। ਕਦੇ ਨਾ ਉਹਨੂੰ ਪੂਰੀ ਧਿਆਨ ਦੇ ਨਾਲ ਪੜ੍ਹਿਓ, ਪੂਰੀ ਗੌਰ ਦੇ ਨਾਲ। ਜਿੰਨਾ ਉਹਦੇ ਵਿੱਚ ਭਾਈ ਮਰਦਾਨੇ ਨੂੰ ਮਾੜਾ, ਗਲਤ, ਕਿਉਂਕਿ ਸਾਡੇ ਦਿਮਾਗ ਦੇ ਵਿੱਚ ਗੱਲਾਂ ਵੜ ਗਈਆਂ ਨੇ ਭਾਈ ਮਰਦਾਨਾ ਹੈ ਜਿਹੜਾ ਬਸ ਸਿਰਫ ਮੰਗ ਕੇ ਖਾਣ ਵਾਲਾ ਹੈ, ਜਾਂ ਹਮੇਸ਼ਾ ਉਹਨੂੰ ਹਰੇਕ ਥਾਂ 'ਤੇ ਕਿਤੇ ਪਿਆਸ ਲੱਗੀ ਦਿਖਾ ਦਿੰਦੇ ਨੇ, ਕਦੇ ਭੁੱਖ ਲੱਗੀ ਦਿਖਾ ਦਿੰਦੇ ਨੇ, ਇੰਨਾ ਕੋਈ ਰੱਖਤਾ। ਪਰ ਨਹੀਂ, ਇਤਿਹਾਸ ਦੇ ਵਿੱਚ ਭਾਈ ਮਰਦਾਨਾ ਕੋਈ ਛੋਟੀ ਚੀਜ਼ ਨਹੀਂ ਹੈ। ਭਾਈ ਮਰਦਾਨਾ ਕੋਈ ਛੋਟੀ ਚੀਜ਼ ਨਹੀਂ ਹੈ। ਬੜੀ ਵੱਡੀ ਭੂਮਿਕਾ ਹੈ ਭਾਈ ਮਰਦਾਨੇ ਦੀ ਨਾਲ। ਜਿੱਥੇ ਜਿੱਥੇ ਗੁਰੂ ਨਾਨਕ ਗਿਆ ਹੈ ਨਾ, ਤਾਂ ਭਾਈ ਮਰਦਾਨਾ ਵੀ ਨਾਲ ਰਿਹਾ ਹੈ। ਤੇ ਜੇ ਕਿਤੇ ਆਪਾਂ ਕਹਿੰਦੇ ਆ ਕਿ ਗੁਰੂ ਨਾਨਕ ਵਰਗਾ ਕੋਈ ਹੋ ਨਹੀਂ ਸਕਿਆ ਇਸ ਦੁਨੀਆ ਦੇ ਵਿੱਚ, ਤਾਂ ਭਾਈ ਮਰਦਾਨੇ ਵਰਗਾ ਵੀ ਕੋਈ ਨਹੀਂ ਹੋਇਆ, ਜਿਹੜਾ ਬਾਬੇ ਦੇ ਨਾਲ ਰਿਹਾ ਕਿੰਨਾ ਟਾਈਮ। ਭਾਈ ਮਰਦਾਨੇ ਵਰਗਾ, ਜੇ ਬਾਲੇ ਵਾਲੀ ਜਨਮ ਸਾਖੀ ਦੀ ਗੱਲ ਕਰੋਗੇ ਨਾ, ਕਦੇ ਪੜ੍ਹਿਓ ਉਹਨੂੰ। ਭਾਈ ਬਾਲੇ ਵਾਲੀ ਜਿਹੜੀ ਭਾਈ ਬਾਲੇ ਵਾਲੀ ਜਨਮ ਸਾਖੀ, ਉਹ ਤੋਂ ਹੀ ਅੱਗੇ ਭਾਈ ਸੰਤੋਖ ਸਿੰਘ ਨੇ ਸੂਰਜ ਪ੍ਰਕਾਸ਼ ਲਿਖਿਆ। ਤੇ ਜੇ ਪੜ੍ਹੇ ਆ ਤਾਂ ਗੱਲਾਂ ਕਰ ਰਹੇ ਹਾਂ। ਉਹਨਾਂ ਦੇ ਵਿੱਚ ਜਿਹੜਾ ਗੁਰੂ ਸਾਹਿਬਾਨਾਂ ਪ੍ਰਤੀ ਸ਼ਬਦਾਵਲੀ ਹੈ, ਭਾਈ ਮਰਦਾਨੇ ਪ੍ਰਤੀ ਸ਼ਬਦਾਵਲੀ ਹੈ, ਜਾਂ ਹੋਰ ਗੁਰੂ ਸਾਹਿਬਾਨਾਂ ਬਾਰੇ ਗੱਲਾਂ ਲਿਖੀਆਂ ਨੇ, ਸੁਣੀਆਂ ਨਹੀਂ ਜਾ ਸਕਦੀਆਂ। ਉਹ ਬਹੁਤ ਕੁਝ ਗਲਤ ਲਿਖਿਆ ਹੈ, ਬਸ ਇੰਨਾ ਕਹਿ ਸਕਦੇ ਹਾਂ, ਬਹੁਤ ਕੁਝ ਗਲਤ ਲਿਖਿਆ ਹੈ। ਗੁਰੂ ਨਾਨਕ ਸਾਹਿਬ ਦਾ ਜਨਮ ਜੇ ਬਦਲਣਾ ਪਿਆ ਨਾ, ਉਹ ਬਾਲੇ ਵਾਲੀ ਜਨਮ ਸਾਖੀ, ਤੇ ਇਹ ਬਾਲੇ ਵਾਲੀ ਜਨਮ ਸਾਖੀ ਗੁਰੂ ਨਾਨਕ ਸਾਹਿਬ ਦੇ ਟਾਈਮ ਵੇਲੇ ਨਹੀਂ ਲਿਖੀ ਗਈ, ਬਹੁਤ ਟਾਈਮ ਬਾਅਦ ਲਿਖੀ ਗਈ ਹੈ। ਤੇ ਜਿਹੜੇ ਵੀਰ ਭੈਣਾਂ ਪੜ੍ਹਦੇ ਨੇ, ਜੇ ਇਹਨਾਂ ਗੱਲਾਂ ਨੂੰ ਵਿਚਾਰਨਾ ਹੋਵੇ ਤਾਂ ਸਰਦਾਰ ਕਰਮ ਸਿੰਘ ਜੀ ਹਿਸਟੋਰੀਅਨ, ਸਾਡੇ ਇਤਿਹਾਸ ਨੂੰ ਲਿਖਣ ਵਾਲੇ ਉਹ ਨਾਇਕ ਨੇ। ਉਹਨਾਂ ਨੇ ਪਹਿਲੀ ਵਾਰ ਸਾਡਾ ਇਤਿਹਾਸ ਜਦੋਂ ਇੱਦਾਂ ਲਿਖਿਆ ਨਾ,
ਤਾਂ ਉਹਨਾਂ ਨੇ ਗੁਰੂ ਨਾਨਕ ਸਾਹਿਬ ਦਾ ਜਨਮ ਜਿਹੜਾ ਵਿਸਾਖ ਦੇ ਵਿੱਚ ਲਿਖਿਆ। ਉਹਨਾਂ ਦੀ ਇੱਕ ਕਿਤਾਬ ਬੜੀ ਪ੍ਰਚਲਿਤ ਹੈ, ਕੱਤਕ ਕੇ ਵਿਸਾਖ, ਕੱਤਕ ਜਾਂ ਵਿਸਾਖ। ਤਾਂ ਉਹ ਇਹ ਜਨਮ ਹੈ ਜਿਹੜਾ ਗੁਰੂ ਨਾਨਕ ਸਾਹਿਬ ਦਾ ਵਿਸਾਖ ਵਿੱਚ ਮੰਨਦੇ ਨੇ, ਵਿਸਾਖ ਵਿੱਚ ਲਿਖਦੇ ਨੇ। ਤੇ ਉਹਨਾਂ ਨੇ ਲਿਖਿਆ, ਕਹਿੰਦੇ ਕਿ 15 ਅਪ੍ਰੈਲ 1469 ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਇਆ। ਤੇ ਇਹਨਾਂ ਦੇ ਮੁਤਾਬਕ ਜੋਤੀ ਜੋਤ ਸਮਾਂ ਹੈ ਨਾ ਜਿਹੜਾ, ਉਹ ਹੈ ਅੱਸੂ ਸੁਦੀ 10 1596 ਸੰਮਤ ਤੇ 22 ਸਤੰਬਰ 1539 ਈਸਵੀ ਲਿਖਦੇ ਨੇ। 22 ਸਤੰਬਰ 1539 ਈਸਵੀ। ਤੇ ਜੋ ਪ੍ਰੋਫੈਸਰ ਸਾਹਿਬ ਸਿੰਘ ਨੇ ਇਤਿਹਾਸ ਲਿਖਿਆ, ਉਹ 300 ਵਿਸਾਖ ਲਿਖਦੇ ਨੇ, 20 ਵਿਸਾਖ 1503 ਸੰਮਤ ਤੇ 1469 ਦਾ ਲਿਖਦੇ ਨੇ। ਤੇ ਇਤਿਹਾਸ ਲਿਖਿਆ ਡਾਕਟਰ ਹਰਜਿੰਦਰ ਸਿੰਘ ਦਲਗੀਰ ਨੇ। ਉਹ ਜਨਮ ਲਿਖਦੇ ਨੇ ਕੱਤਕ ਦਾ। ਦੂਜੀ ਇਹ ਘਟਨਾ ਹੈ। ਪਹਿਲੀ ਭਾਈ ਬਾਲੇ ਵਾਲੀ ਜਨਮ ਸਾਖੀ ਜਿਹਦੇ ਵਿੱਚ ਕੱਤਕ ਦਾ, ਫਿਰ ਦਲਗੀਰ ਜੀ ਨੇ ਲਿਖਿਆ ਇਤਿਹਾਸ, ਉਹ ਵੀ ਕੱਤਕ ਦਾ ਮੰਨਦੇ ਨੇ। ਬਾਕੀ ਹੋਰ ਬਹੁਤ ਗੱਲਾਂ ਉਹਨਾਂ ਦੀਆਂ ਸਹੀ ਨੇ, ਪਰ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਉਹ ਕੱਤਕ ਵਿੱਚ ਲਿਖਦੇ ਨੇ। ਤੇ ਸਿਰਫ ਆਪਾਂ ਜੇ ਕਹਿ ਲਈਏ ਕਿ ਜਿੱਥੋਂ ਗੱਲ ਸ਼ੁਰੂ ਹੁੰਦੀ ਆ ਉਹ ਬਾਲੇ ਵਾਲੀ ਸਾਖੀ ਹੈ, ਜਿੱਥੋਂ ਕੱਤਕ ਸ਼ੁਰੂ ਹੋ ਰਿਹਾ ਹੈ, ਹੋਰ ਕਿਤੇ ਵੀ ਨਹੀਂ। ਤੁਸੀਂ ਨਾ ਇੱਕ ਗੱਲ ਸਮਝਿਓ, ਕੱਤਕ ਮਹੀਨਾ ਹੈ ਨਾ ਜਿਹੜਾ, ਤਾਂ ਲੋਕਾਂ ਦੇ ਵਿੱਚ ਨਾ ਆਮ ਗੱਲ ਪ੍ਰਚਲਿਤ ਹੁੰਦੀ ਸੀ, ਕਹਿੰਦੇ ਕਿ ਜੇ ਕਿਤੇ ਕੋਈ ਇਸਤਰੀ ਭਾਦੋਂ ਜਾਂ ਕੱਤੇ ਦੇ ਵਿੱਚ ਬੱਚੇ ਨੂੰ ਜਨਮ ਦੇ ਦੇਵੇ ਨਾ, ਭਾਦੋਂ ਜਾਂ ਕੱਤੇ ਨੂੰ, ਭਾਦੋਂ ਜਾਂ ਕੱਤਕ ਵਿੱਚ ਬੱਚੇ ਨੂੰ ਜਨਮ ਦਿੰਦੀ ਹੈ ਤਾਂ ਉਹਨੂੰ ਘਰੋਂ ਕੱਢ ਦਿੰਦੇ ਸੀ। ਬੱਚੇ ਨੂੰ ਘਰੋਂ ਕੱਢ ਦਿੰਦੇ ਸੀ ਤੇ ਘਰੋਂ ਕੱਢ ਕੇ ਉਹਨੂੰ ਭੇਜਦੇ ਪਤਾ ਕਿੱਥੇ ਸੀ? ਉਹਨੂੰ ਬਾਹਮਣ ਕੋਲ ਭੇਜ ਦਿੰਦੇ ਸੀ, ਪੁਜਾਰੀ ਕੋਲ, ਬ੍ਰਾਹਮਣ ਕੋਲ। ਹੈ ਤਾਂ ਪੁਜਾਰੀ ਦੀ ਇਹ ਸੋਚ ਹੀ, ਕਿਉਂਕਿ ਕੋਈ ਦਿਨ ਮਾੜਾ ਨਹੀਂ, ਭਾਵੇਂ ਕਦੋਂ ਵੀ ਜਨਮ ਹੋਵੇ ਸਾਰੇ ਦਿਨ ਚੰਗੇ ਨੇ। ਤੇ ਇਹ ਬੜਾ ਵੱਡਾ ਭਰਮ ਲੋਕਾਂ ਦੇ ਵਿੱਚ ਨਾ, ਖੌਰੇ ਅੱਜ ਵੀ ਹੋ ਸਕਦਾ ਹੈ, ਪਰ ਪਹਿਲਾਂ ਬੜਾ ਸੀ। ਜਦੋਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਸੀ ਨਾ, ਉਹ ਗੱਲਾਂ ਉਹ ਸਮੇਂ ਬੜੀਆਂ ਇਹ ਗੱਲਾਂ ਪ੍ਰਭਾਵ ਰੱਖਦੀਆਂ ਸੀ ਕਿ ਜੇ ਕਿਤੇ ਕੋਈ ਔਰਤ ਬੱਚੇ ਨੂੰ ਭਾਦੋਂ ਜਾਂ ਕੱਤੇ ਮਹੀਨੇ ਦੇ ਵਿੱਚ ਜਨਮ ਦਿੰਦੀ ਹੈ ਨਾ, ਉਹਨੂੰ ਬੜਾ ਮੰਦਭਾਗਾ ਸਮਝਿਆ ਜਾਂਦਾ ਸੀ। ਤਾਂ ਉਹਨੂੰ ਬ੍ਰਾਹਮਣ ਨੂੰ ਭੇਜ ਦੇ ਦਿੰਦੇ ਸੀ, ਫਿਰ ਉਹ ਤੋਂ ਉਹਨੂੰ ਪੈਸੇ ਦੇ ਕੇ ਉਹ ਬੱਚਾ ਮੁੱਲ ਲੈਂਦੇ ਸੀ, ਕਹਿੰਦੇ ਸੀ ਹੁਣ ਪਾਪ ਲੈ ਗਿਆ। ਉਹ ਜਦੋਂ ਮੁੱਲ ਲੈਂਦੇ ਸੀ ਨਾ, ਤਾਂ ਫਿਰ ਉਹ ਦੇਖੋ ਜਦੋਂ ਬੱਚੇ ਨੇ ਜਨਮ ਲਿਆ ਕਿ ਕੱਤੇ ਦੇ ਵਿੱਚ ਜਾਂ ਭਾਦੋਂ ਵਿੱਚ ਇਹਨੇ ਜਨਮ ਲੈ ਲਿਆ, ਹੁਣ ਦੇਖੋ ਉਹਦੇ ਨਾਲ ਕਲੰਕ ਲਾਤਾ ਨਾ ਕਿ ਇਹਨੇ ਭਾਦੋਂ ਜਾਂ ਕੱਤੇ ਵਿੱਚ ਲਿਆ, ਇਹ ਬੜਾ ਮੰਦਭਾਗਾ ਹੈ। ਪੁਜਾਰੀ ਨੂੰ ਦੇ ਕੇ ਪੈਸੇ ਦਾ ਲਿਆ ਜਾਂਦਾ ਸੀ, ਕਲੰਕ ਜਿਹਾ ਲਾਤਾ ਨਾ। ਇਸੇ ਸੋਚੀ ਸਮਝੀ ਸਾਜ਼ਿਸ਼ ਨੂੰ ਲੈ ਕੇ ਅਗਲਿਆਂ ਨੇ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਕੱਤੇ ਵਿੱਚ ਕਰਤਾ। ਇਹ ਗੱਲਾਂ ਭਾਈ ਬਾਲੇ ਵਾਲੀ ਜਨਮ ਸਾਖੀ ਵਿੱਚ ਤੁਹਾਨੂੰ ਮਿਲਣਗੀਆਂ। ਉਹਨਾਂ ਨੇ ਉੱਥੇ ਕਰਤੀਆਂ, ਉਹਨਾਂ ਨੇ ਪ੍ਰਕਾਸ਼ ਗੁਰੂ ਨਾਨਕ ਸਾਹਿਬ ਦਾ ਕੱਤੇ ਵਿੱਚ ਲੈ ਜਾਂਦਾ, ਹਾਲਾਂਕਿ ਹੈ ਵਿਸਾਖ ਵਿੱਚ ਸੀ, ਵਿਸਾਖ ਵਿੱਚ। ਇਹ ਗੱਲਾਂ ਨੇ ਜਿਹੜੀਆਂ ਸਮਝਣ ਵਾਲੀਆਂ ਨੇ ਬੜੀ ਗੌਰ ਦੇ ਨਾਲ। ਤੇ ਜਦੋਂ ਆਪਾਂ ਇਹਨਾਂ ਦਲੀਲਾਂ ਨੂੰ ਸਮਝਾਂਗੇ ਕਿ ਵਿਸਾਖ ਦੇ ਵਿੱਚ ਜਨਮ ਹੋਇਆ ਜਾਂ ਕੱਤੇ ਦੇ ਵਿੱਚ, ਗੁਰੂ ਨਾਨਕ ਸਾਹਿਬ ਦਾ ਜੋਤੀ ਜੋਤ ਜਿਹੜਾ ਹੈ ਨਾ, ਉਹਨੂੰ ਧਿਆਨ ਵਿੱਚ ਰੱਖ ਕੇ ਤੇ ਪ੍ਰਕਾਸ਼ ਨੂੰ ਮੁੱਖ ਰੱਖ ਕੇ ਜਦੋਂ ਆਪਾਂ ਉਹਨਾਂ ਦੀ ਘਟਾਓ ਕਰਾਂਗੇ ਨਾ, ਤਾਂ ਉਹ ਤਰੀਕ ਜਿਹੜੀ ਬਣੇਗੀ, ਸਮਾਂ ਬਣੇਗਾ, ਉਹ ਵਿਸਾਖ ਦਾ ਬਣੇਗਾ। ਤੇ ਜਨਮ ਸਾਖੀਆਂ ਦੇ ਵਿੱਚ ਗੁਰੂ ਸਾਹਿਬ ਦੀ ਜੋਤੀ ਜੋਤ ਸਮਾਉਣ ਦੀ ਜਿਹੜੀ ਤਰੀਕ ਹੈ, ਉਹ 10 ਸੰਮਤ 1596 ਮਿਲਦੀ ਹੈ। ਸੰਮਤ 1596 ਹੈ, ਸੰਨ ਤਾਂ 1539 ਹੈ।
ਪਰ ਪੁਰਾਣੀਆਂ ਜਨਮ ਸਾਖੀਆਂ ਵਿੱਚ ਅੱਸੂ ਸੁਦੀ 10 ਵੀ ਮਿਲਦਾ ਹੈ, ਅਰਥਾਤ ਦੋਹਾਂ ਤਰੀਕਾਂ ਵਿੱਚ 15 ਥਿੱਤਾਂ ਦਾ ਫਰਕ ਹੈ। ਪਰ ਇਹ ਗੱਲ ਜਦੋਂ ਪੱਕੀ ਸਮਝਾਂਗੇ ਤਾਂ ਉਹਨਾਂ ਦੇ ਵਿੱਚੋਂ ਭਾਈ ਕਰਮ ਸਿੰਘ ਹਿਸਟੋਰੀਅਨ ਜੀ ਲਿਖਦੇ ਨੇ, ਕਹਿੰਦੇ ਅੱਸੂ ਸੁਦੀ 10 ਵਾਲੀ ਤਰੀਕ ਸਹੀ ਹੈ ਤੇ ਇਸ ਲਈ ਉਸੇ ਅਨੁਸਾਰ ਹਿਸਾਬ ਕੀਤਾ ਜਾਂਦਾ ਹੈ। ਚੇਤ ਸੁਦੀ 1 ਤੋਂ ਗਿਣਿਆ ਅੱਸੂ ਸੁਦੀ 10 ਦੇ 6 ਮਹੀਨੇ 9 ਦਿਨ ਬਣਦੇ ਨੇ। ਚੇਤ 1 ਤੋਂ ਲੈ ਕੇ ਅੱਸੂ ਸੁਦੀ 10 ਤੱਕ ਜਦੋਂ ਆਪਾਂ ਗਿਣਦੇ ਹਾਂ ਨਾ ਤਾਂ 6 ਮਹੀਨੇ ਤੇ 9 ਦਿਨ ਬਣਦੇ ਨੇ, ਕਿਉਂਕਿ ਚੇਤ ਪਹਿਲਾ ਮਹੀਨਾ ਹੈ। ਇਹਨਾਂ ਵਿੱਚੋਂ ਆਯੂ ਦਾ ਸਮਾਂ ਕੱਢ ਕੇ ਜਦੋਂ ਵੇਖਦੇ ਹਾਂ ਤਾਂ ਕਹਿੰਦੇ ਸਾਲ ਹੈ ਜਿਹੜੇ ਵਰੇ ਨੇ 1596 ਨੇ ਤੇ ਮਹੀਨੇ 6 ਤੇ ਦਿਨ 9 ਹੋ ਗਏ। ਤੇ ਜਦੋਂ ਆਪਾਂ ਘਟਾਓ ਕਰਨਾ ਹੈ 1596 ਦੇ ਵਿੱਚੋਂ 70 ਸਾਲ ਕੱਢ ਕੇ ਮਹੀਨੇ 5 ਕੱਢ ਦਈਏ ਤੇ ਦਿਨ 7 ਕੱਢ ਦਈਏ, ਕਿਉਂਕਿ 70 ਸਾਲ 5 ਮਹੀਨੇ 7 ਦਿਨ ਗੁਰੂ ਨਾਨਕ ਸਾਹਿਬ ਦੀ ਆਯੂ ਬਣਦੀ ਹੈ, ਉਮਰ ਬਣਦੀ ਹੈ। ਜਦੋਂ ਘਟਾਉਂਦੇ ਆ ਨਾ ਉਹਦੇ ਚੋਂ ਤਾਂ ਤਰੀਕ ਜਿਹੜੀ ਸਾਨੂੰ ਮਿਲਦੀ ਹੈ ਉਹ ਬਣਦੀ ਹੈ 1526 ਸੰਮਤ, ਮਹੀਨਾ 1 ਤੇ ਦਿਨ 2, ਵਿਸਾਖ ਤੇ ਆ ਗਿਆ। ਚੇਤ ਸੁਦੀ 1 ਵਿੱਚ 2 ਦਿਨ ਤੇ 1 ਮਹੀਨਾ ਵਧਾਇਆ ਸੁਦੀ 3 ਬਣਦੀ ਹੈ, ਜਿਸ ਤੋਂ ਸਿੱਧ ਹੋਇਆ ਕਿ ਸਤਿਗੁਰੂ ਜੀ ਵਿਸਾਖ ਸੁਦੀ 3 ਸੰਮਤ 1526 ਨੂੰ ਪ੍ਰਗਟ ਹੋਏ। ਸੰਮਤ 1526 ਤੇ ਇਸ ਤਰੀਕੇ ਦੇ ਨਾਲ ਉਹਨਾਂ ਦਾ ਜਨਮ ਸਾਨੂੰ ਵਿਸਾਖ ਦਾ ਮਿਲਦਾ ਹੈ। ਜਦੋਂ ਹਿਸਾਬ ਕਿਤਾਬ ਲਾ ਕੇ ਬੈਠਾਂਗੇ, ਇਹ ਸਟੱਡੀ ਦਾ ਵਿਸ਼ਾ ਹੈ, ਸਮਝਣਾ ਪੈਣਾ ਹੈ, ਫਿਰ ਸਾਨੂੰ ਇਹਨਾਂ ਝਮੇਲਿਆਂ ਬਾਰੇ ਪਤਾ ਲੱਗੇਗਾ। ਫਿਰ ਜਿਹੜੀਆਂ ਸਾਡੀਆਂ ਅੱਜ ਦਿੱਕਤਾਂ ਨੇ ਨਾ, ਜਿਹੜੇ ਲੋਕ ਗੱਲਾਂ ਕਰਦੇ ਨੇ ਤੁਹਾਨੂੰ ਕੀ ਤਕਲੀਫ ਹੈ, ਚੱਲਦੇ ਰਹਿਣ ਤੋਂ ਪੁਰਾਣੀਆਂ ਨੇ, ਇਹ ਜਿਹੜੀਆਂ ਗੱਲਾਂ ਨੂੰ ਅੱਜ ਤੁਸੀਂ ਰੌਲਾ ਪਾਉਂਦੇ ਹੋ ਨਾ ਪੁਰਾਤਨ ਚੱਲਦੀਆਂ ਨੇ, ਇਹ ਪੁਰਾਤਨ ਨਹੀਂ, ਇਹ ਸਾਨੂੰ ਉਲਝਾਉਣ ਵਾਸਤੇ ਨੇ। ਸਾਨੂੰ ਕੋਈ ਦਿੱਕਤ ਨਹੀਂ ਹੈ, ਸਾਡਾ ਜੇ ਕੰਮ ਹੈ, ਡਿਊਟੀ ਲੱਗੀ ਹੈ, ਆਪਾਂ ਸਮਝਾਉਣਾ ਹੈ ਕਿ ਭਾਈ ਆਹ ਗੱਲ ਹੈ, ਬਾਕੀ ਤੁਹਾਡੇ 'ਤੇ ਹੈ। ਆਪਾਂ ਤਾਂ ਇਹ ਕਹਿੰਦੇ ਕਿ ਇੱਕ ਹੋ ਜਾਈਏ। ਹੁਣ ਕਿੱਡਾ ਵੱਡਾ ਰੌਲਾ ਪੈਣਾ ਹੈ। ਹੁਣ ਜੇ ਇੱਕ ਪਾਸੇ ਚਲੋ ਕੱਤਕ ਦਾ ਹੀ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਮੰਨ ਲਓ, ਠੀਕ ਹੈ, ਕੱਤਕ ਦਾ ਹੀ ਮੰਨ ਲਈਏ। ਪੂਰਨਮਾਸੀ ਤਾਂ ਲੰਘ ਗਈ ਨਾ ਕੱਤੇ ਦੀ, ਆ ਮੱਘਰ ਦੀ ਆਉਣੀ ਆ 19 ਤਰੀਕ ਨੂੰ, ਕੱਤੇ ਵਾਲੀ ਤਾਂ ਲੰਘ ਗਈ, ਮੱਘਰ ਦੀ। ਜੇ ਦੇਸੀ ਮਹੀਨਾ ਮੰਨੀਏ ਤਾਂ ਠੀਕ ਹੈ। ਹੁਣ ਦੇਸੀ ਮਹੀਨੇ ਦੇ ਹਿਸਾਬ ਦੇ ਨਾਲ ਇੱਕ 14 ਦੀ ਸੰਗਰਾਂਦ ਹੈ, ਇੱਕ 16 ਦੀ। ਹੁਣ ਕਿਹੜਾ ਦਿਨ ਮੰਨੀਏ ਕੋਈ ਦਿਨ? 2 ਦਿਨਾਂ ਦੇ ਫਰਕ ਨਹੀਂ ਸੰਗਰਾਂਦਾਂ ਦੇ, ਸਾਡੇ 2 ਦਿਨਾਂ ਦੇ ਫਰਕ। ਜੇ ਕਹੀਏ ਭਾਈ ਇੱਕ ਕੈਲੰਡਰ ਲਾਗੂ ਕਰ ਲਈਏ, ਫਿਰ ਕਹਿੰਦੇ ਜੀ ਪੁਰਾਣੀਆਂ ਚੱਲ ਰਹੀਆਂ ਨੇ। ਪੁਰਾਣੀਆਂ ਕਦੋਂ ਚੱਲੀਆਂ? ਲਿਆਓ ਤਾਂ ਦਿਖਾਓ ਤਾਂ ਸਹੀ। ਜੇ ਗੱਲ ਕਰੋਗੇ ਤਾਂ ਹੀ ਹੈ ਨਾ, ਤੁਸੀਂ ਵੀ ਆਪਣਾ ਪੱਖ ਰੱਖੋ, ਸਾਡੀ ਵੀ ਸਮਝਾਉਣ ਦਾ ਫੇਰ ਹੀ ਤਰੀਕਾ ਹੈ ਨਾ, ਫੇਰ ਹੀ ਸਮਝਾ ਸਕਦੇ ਹਾਂ। ਸੋ ਇਸ ਤਰੀਕੇ ਦੇ ਨਾਲ ਜੇ ਪੜ੍ਹਾਂਗੇ ਸਾਨੂੰ ਪਤਾ ਤਾਂ ਲੱਗਣਾ, ਨਹੀਂ ਤਾਂ ਸਾਡੇ ਸੁਣਨ ਵਾਲਾ ਮਾਦਾ ਤਾਂ ਹੈ ਨਹੀਂ ਵੀ ਕਿਸੇ ਤੋਂ ਸੁਣ ਲਈ। ਨਹੀਂ ਤਾਂ ਫਿਰ ਗੱਲਾਂ ਇਹ ਵੀ ਹੋ ਜਾਂਦੀਆਂ ਨੇ ਕਿ ਸਾਨੂੰ ਸਿਖਾਉਣ ਵਾਲੇ ਨੇ ਜਿਹੜੇ ਉਹ ਕੌਣ ਹੁੰਦੇ ਨੇ? ਸਾਡੀਆਂ ਪੁਰਾਣੀਆਂ ਗੱਲਾਂ ਚੱਲਦੀਆਂ ਨੇ, ਸਾਡੀ ਇੰਨੀ ਉਮਰ ਹੋ ਗਈ, ਸਾਨੂੰ ਇੰਨਾ ਟਾਈਮ ਹੋ ਗਿਆ ਦੇਖਦੇ, ਉਮਰ ਹੋ ਗਈ, ਪੜ੍ਹ ਕੇ ਵੀ ਵੇਖ ਲਓ। ਇਹ ਨਾ ਕਿਹਾ ਕਰੋ ਕਿ ਇਹ ਕੱਲ੍ਹ ਦੇ ਸਾਨੂੰ ਸਮਝਾਉਣਗੇ, ਇਹ ਲਫ਼ਜ਼ ਨਾ ਵਰਤਿਆ ਕਰੋ। ਕੱਲ੍ਹ ਵਾਲੇ ਸਮਝਾਉਣ ਵਾਲੇ ਨੇ ਨਾ, ਜੇ ਉਹ ਸਮਝਾਉਣ 'ਤੇ ਆ ਜਾਣ ਤਾਂ 7 ਤੇ 9 ਸਾਲ ਦੇ ਜ਼ੋਰਾਵਰ ਸਿੰਘ, ਫਤਿਹ ਸਿੰਘ ਵੀ ਸਮਝਾ ਜਾਂਦੇ ਨੇ, ਵੱਡਿਆਂ ਨੂੰ ਉਹ ਵੀ ਸਮਝਾ ਜਾਂਦੇ ਨੇ। ਸੋ ਇਸ ਕਰਕੇ ਗੱਲ ਨੂੰ ਸਮਝਿਆ ਕਰੋ। ਜਿੱਦ ਹਮੇਸ਼ਾ ਕੰਮ ਸਫਲ ਨਹੀਂ ਕਰਦੀ ਹੁੰਦੀ। ਪੜ੍ਹੀਏ, ਆਪਾਂ ਤਾਂ ਇਹ ਗੱਲ ਰੱਖਦੇ ਹਾਂ ਕਿ ਭਾਈ ਸਾਰੇ ਇੱਕ ਹੋਈਏ, ਝਮੇਲਾ ਨਾ ਪਵੇ। ਬੱਚਿਆਂ ਨੂੰ ਪੁੱਛ ਲਓਗੇ ਕਿ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਕਿੱਦਣ ਹੈ, ਉਹਨਾਂ ਨੇ ਕਿਤਾਬਾਂ ਦੇ ਵਿੱਚ ਵਿਸਾਖ ਵੀ ਪੜ੍ਹਿਆ, ਅਪ੍ਰੈਲ ਵੀ ਪੜ੍ਹਿਆ, ਉਹਨਾਂ ਨੇ ਕੱਤਾ ਵੀ ਪੜ੍ਹਿਆ, ਅਤੇ ਕੱਤੇ ਦੀ ਪੂਰਨਮਾਸੀ ਤਾਂ ਕਿੱਦਣ ਦੀ ਲੰਘ ਗਈ, ਕਿੱਦਣ ਮਨਾਉਣਾ ਹੈ ਹੁਣ ਤੁਸੀਂ? ਫੈਸਲਾ ਸਾਡਾ ਹੈ। ਅਤੇ ਪਾਲ ਸਿੰਘ ਪੁਰੇਵਾਲ ਸਾਹਿਬ ਨੇ ਜਿਹੜਾ ਸਾਨੂੰ ਕੈਲੰਡਰ ਦਿੱਤਾ ਨਾ, 60 ਸਾਲ ਦੀ ਮਿਹਨਤ ਬੰਦੇ ਦੀ। ਅੱਜ ਵੀ ਉਹ ਕੈਨੇਡਾ ਨਿਵਾਸੀ ਨੇ, ਕਦੇ ਆਉਂਦੇ ਨੇ ਇੱਧਰ। 2019 ਦੇ ਵਿੱਚ ਆਏ ਸਨ, ਮੈਂ ਇੱਕ ਵਾਰ ਉਹਨਾਂ ਨੂੰ ਮਿਲਿਆ ਅਤੇ ਬੜੀ ਮਿਹਨਤ ਹੈ ਉਹਨਾਂ ਦੀ। 60 ਸਾਲ ਲੱਗੇ ਉਹਨਾਂ ਨੂੰ ਨਾਨਕਸ਼ਾਹੀ ਕੈਲੰਡਰ ਤਿਆਰ ਕਰਨ, ਅਤੇ 100 ਸਾਲ ਤੱਕ ਤਰੀਕਾਂ ਸਾਡੀਆਂ ਬਦਲਣਗੀਆਂ ਨਹੀਂ। ਬੜੀ ਮਿਹਨਤ ਕੀਤੀ ਹੈ ਉਹਨਾਂ ਨੇ। ਅਤੇ ਇਹ ਸਾਡੀ, ਮੈਂ ਪਹਿਲਾਂ ਬੇਨਤੀ ਕੀਤੀ ਕਿ ਅਸੀਂ ਜਿੱਦਾਂ 'ਤੇ ਅੜਦੇ ਹਾਂ, ਪਾਕਿਸਤਾਨ ਵਾਸਤੇ ਉਹਨਾਂ ਵਾਸਤੇ ਹਿਜਰੀ ਕੈਲੰਡਰ ਤਿਆਰ ਕਰਕੇ ਦਿੱਤਾ, ਪੱਕੀਆਂ ਤਰੀਕਾਂ ਦੇ ਦਿੱਤੀਆਂ ਉਹਨਾਂ ਨੇ ਲਾਗੂ ਕਰ ਲਿਆ, ਕੋਈ ਸ਼ੰਕਾ ਨਹੀਂ। ਉਹ ਕਹਿੰਦੇ ਸਾਨੂੰ ਪੱਕੀਆਂ ਤਰੀਕਾਂ ਮਿਲ ਗਈਆਂ ਆਪਣੇ ਰਹਿਬਰਾਂ ਦੇ ਦਿਨ ਮਨਾਉਣ ਦੇ ਲਈ।
ਤੇ ਪਰ ਅਸੀਂ ਝਮੇਲਿਆਂ ਵਿੱਚ ਅਸੀਂ ਤਾਂ ਚਾਹੁੰਦੇ ਹਾਂ ਸਾਨੂੰ ਪੱਕੀਆਂ ਤਰੀਕਾਂ ਨੂੰ ਅਸੀਂ ਝਮੇਲੇ ਵਿੱਚ ਪਏ ਰਹੀਏ, ਨਿਕਲਣ ਦਾ ਯਤਨ ਕਰੀਏ। ਨਾਨਕ ਸ਼ਾਹੀ ਕੈਲੰਡਰ ਸਾਨੂੰ ਲਾਗੂ ਕਰਨਾ ਪਵੇਗਾ। ਅੱਜ ਕਰ ਲਈਏ, ਕੱਲ੍ਹ ਕਰ ਲਈਏ, ਪਰ ਮੰਨਣਾ ਪਵੇਗਾ। ਜਦੋਂ ਮਰਜ਼ੀ ਮੰਨ ਲਈ, ਜਿੱਦਾਂ ਛੱਡਦੀ ਸਾਡੀਆਂ ਜਿੱਦਾਂ ਨੇ ਬਸ ਉਹ ਛੱਡ ਦਈਏ, ਇੱਕ ਥਾਂ ਇਕੱਠੇ ਹੋਈਏ, ਇੱਕ ਦਿਨ ਗੁਰਪੁਰਬ ਬਣਾਈਏ। ਕਿਉਂ ਝਮੇਲਿਆਂ ਵਿੱਚ ਪੈਂਦੇ ਆ? ਸਤਿਗੁਰੂ ਰਹਿਮਤ ਕਰਨ ਆਪਾਂ ਹੋਰ ਵੀ ਅਗਲੇਰੀਆਂ ਜਿਹੜੀਆਂ ਗੁਰੂ ਨਾਨਕ ਸਾਹਿਬ ਦੇ ਪ੍ਰਤੀ ਵਿਚਾਰਾਂ ਨੇ, ਪ੍ਰਕਾਸ਼ ਪ੍ਰਤੀ, ਫੇਰ ਹੀ ਆਪਾਂ ਉਹਨਾਂ ਦੇ ਇਤਿਹਾਸ ਨੂੰ ਪੜ੍ਹਾਂਗੇ। ਪਹਿਲਾਂ ਇਸ ਗੱਲ ਨੂੰ ਸਮਝਣ ਦਾ ਯਤਨ ਕਰੀਏ। ਦਾਤਾ ਰਹਿਮਤ ਕਰੇ। ਬੋਲਦਿਆਂ ਪਾਸੋਂ ਭਾਈ ਅਨੇਕਾਂ ਭੁੱਲਾਂ ਆਉਣੀਆਂ ਸੁਭਾਵਿਕ ਨੇ, ਇਹ ਅੰਤ ਨਹੀਂ। ਹੋਰ ਵੀ ਪੜ੍ਹ ਸਕਦੇ ਹੋ, ਜੇ ਭੁੱਲਾਂ ਨੇ ਤਾਂ ਸਮਝਾ ਵੀ ਸਕਦੇ ਹੋ। ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਅੰਤ ਵਿੱਚ ਬੁਲਾਓ ਜੀ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਅਵਗੁਣ ਹਮਾਰੇ। ਦਇਆ ਕਰੋ ਕਿਛ ਮਿਹਰ ਉਪਾਵੋ, ਡੁੱਬਦੇ ਪੱਥਰ ਤਾਰੇ। ਜੀਅੜਾ ਅਗਨ ਬਰਾਬਰ ਤਪੈ,